परम सत्कारयोग साध संगत जी, भगत रविदास जी की जो लड़ीवार कथा आप हर रोज़ विचारते हाँ। भगत रविदास जी का जो जीवन और जीवन दियाँ झलकां जो साढ़े सामने ग्रंथां दे विच लिखियां हुई ने। धन धन श्री गुरु ग्रंथ साहिब महाराज की पावन बाणी दे विच जो भगत रविदास जी का ये शब्द आया है धनासरी राग दे विच। अज इस शब्द के उत्ते विचार करांगे क्योंकि भगत कबीर जी ने बड़े ही प्यार नाल निमरता दे नाल उस वाहिगुरु अकाल पुरख परमात्मा दे अगे अपने दिल की गल रखी है कि हे परमात्मा, तू कैसा है, तेरी महिमा किहो जी है ते असी किहो जहे हाँ। क्योंकि है गुण अवगुण सब विखे इन बिन जंत न कोय। गुण अवगुणा तो बिना कोई भी जीव नहीं है। हर एक दे विच कोई ना कोई अवगुण कोई ना कोई गुण जरूर हुंदा है। किड्डा भी कोई गुणवान पुरुष होवे, किन्ना भी ज्ञानवान होवे, ਉਹਦੇ ਵਿੱਚ कोई ना कोई अवगुण जरूर हुंदा है। गुरबाणी दे विच एक जिक्र आया है कि चारे वेद वखाणदा चतुरमुखी होए खरा सियाणा, लोकां नूं समझाएंदा वेख सृष्टि रूप लुभाणा। जस्टिफाई हो गया कि तिन्ना देवतियां दे विचों एक वड्डा देवता अकाल पुरख वालों जिहदी ये ड्यूटी लाई गई है कि तरह तरह के जीवां की साधना करनी, तरह तरह के जीवां नूं बनाउणा, वख वख तरह के उन्हां नूं रूप रंग देने, वख वख थावां दे उत्ते उन्हां दा जन्म, उन्हां दी पैदाइश करनी ते वख वख उन्हां दा जीवन स्थापित करना। ऐसा शक्तिशाली एक ब्रह्मा नाम का देवता भी किसी ना किसी अवगुण की लपेट विच आया प्रतीत होंदा है। और सतपुरुषां की दुनिया दे विच उन्होंने भी कसूरवार मन्निया गया है। भावें बहुत वड्डी थां ते बड़े रिस्पैक्टड अहुदे दे उत्ते है, बड़ा शक्तिशाली है, पर सतपुरुषां की निगाह दे विच ये भी अवगुणां दे विच घिर गया है। चारे वेद वखाण दा, चारे वेदां दा बड़ा सोहना वख्यान करन वाला, बड़े सोहने मंत्र उचारण करन वाला, चारे वेदां दा बड़ा सोहना पाठ करन वाला, उन्हां दी कथा करन वाला, चारे वेदां दे मंत्रां दा हवन करन वाला, वेदां दी मर्यादा बन्नण वाला, हवन यज्ञ पाठ की मर्यादा बन्नण वाला ब्रह्मा भी वेख सृष्टि रूप लुभाना, सृष्टि का रूप देख के लुभाएमान हो गया है, लुभाएमान हो गया है। जिसनू सराफ दिता गया ऋषियां मुनियां वालों कि भावें एक किड्डा भी विद्वान है, किन्ना भी वड्डा देवता है, ਇਹਦੀ पूजा नहीं होगी।
ਜਿਹੜੇ ਲੋਕ ਇਹਦੀ ਪੂਜਾ ਕਰਨਗੇ, ਪੁਜਾਰੀ ਲੋਕ ਹੋਣਗੇ, ਉਹ ਬਦਨਾਮੀ ਦਾ ਕਲੰਕ ਖੱਟਿਆ ਕਰਨਗੇ ਔਰ ਭੁੱਖੇ ਮਰਿਆ ਕਰਨਗੇ। ਉਹਨਾਂ ਦੀ ਰੋਜੀ ਰੋਟੀ ਵੀ ਪੂਰੀ ਨਹੀਂ ਹੋਵੇਗੀ। ਜੋ ਬ੍ਰਹਮਾ ਦੀ ਪੂਜਾ ਕਰਨਗੇ ਉਹਨਾਂ ਦੀ ਬਦਨਾਮੀ ਹੋਵੇਗੀ, ਝੂਠੇ ਸੱਚੇ ਇਲਜ਼ਾਮ ਲੱਗਣਗੇ, ਰੋਜੀ ਰੋਟੀ ਪੂਰੀ ਨਹੀਂ ਹੋਵੇਗੀ, ਭਿੱਖਿਆ ਮੰਗ ਕੇ ਖਾਣਗੇ। ਖਿਮਾ ਕਰਨੀ, ਅੱਜ ਪੁਜਾਰੀਆਂ ਦੀ ਐਸੀ ਹੀ ਦਸ਼ਾ ਦੇਖੀ ਜਾਂਦੀ ਹੈ, ਐਸੀ ਹੀ ਦਸ਼ਾ ਦੇਖੀ ਜਾਂਦੀ ਹੈ। ਪਾਠ ਪੂਜਾ ਕਰਨ ਵਾਲੇ ਆਪਣੇ ਪਰਿਵਾਰ ਦਾ, ਆਪਣੇ ਪੇਟ ਦਾ ਉਹ ਗੁਜ਼ਾਰਾ ਵੀ ਨਹੀਂ ਕਰ ਸਕਦੇ, ਭੁੱਖੇ ਮਰਦੇ ਨੇ ਔਰ ਤਰ੍ਹਾਂ ਤਰ੍ਹਾਂ ਦੇ ਉਹਨਾਂ ਦੇ ਉੱਤੇ ਇਲਜ਼ਾਮ ਲੱਗ ਜਾਂਦੇ ਨੇ। ਦੂਜੇ ਪਾਸੇ ਤਾਂਤਰਿਕ ਵਿਦਿਆ ਦੇ ਮਾਹਰ, ਤਾਂਤਰਿਕ ਵਿਦਿਆ ਦੇ ਜਨਮਦਾਤੇ, ਸੰਗੀਤ ਦੇ ਜਨਮਦਾਤੇ ਔਰ ਨਾਚ ਦੇ ਜਨਮਦਾਤੇ, ਮਹਾਨ ਘੋਰ ਤਪੱਸਿਆ ਦੇ ਜਨਮਦਾਤੇ ਸ਼ਿਵ ਜੀ ਮਹਾਰਾਜ, ਜਿਨ੍ਹਾਂ ਦਾ ਇੱਕ ਇੱਕ ਭਗਤ ਲੱਖਾਂਪਤੀ ਹੈ। ਉਹਨਾਂ ਦੇ ਮੰਤਰਾਂ 'ਚ, ਉਹਨਾਂ ਦੇ ਕਾਲੇ ਜਾਦੂ 'ਚ, ਤਾਂਤਰਿਕ ਸਿਸਟਮ ਦੇ ਵਿੱਚ ਐਸੀਆਂ ਸ਼ਕਤੀਆਂ ਨੇ ਸੰਸਾਰ ਦੇ ਵਿੱਚ ਉਥਲ ਪੁਥਲ ਕਰਨ ਦੀ ਸਮਰੱਥਾ ਰੱਖਦੇ ਨੇ। ਉਹ ਕਾਲੀ ਵਿਦਿਆ ਦੇ ਨਾਲ ਰਾਤਾਂ ਨੂੰ ਤਪੱਸਿਆ ਕਰਕੇ ਲੱਖਾਂਪਤੀ ਬਣ ਜਾਂਦੇ ਨੇ। ਕੋਈ ਧਨ ਦੀ, ਪੈਸੇ ਦੀ, ਕਾਰ ਮੋਟਰ ਗੱਡੀਆਂ ਦੀ ਉਹਨਾਂ ਨੂੰ ਕਮੀ ਨਹੀਂ ਰਹਿੰਦੀ ਹੈ। ਹਰ ਇੱਕ ਇਹ ਦੇਵਤੇ ਦਾ ਆਪਣਾ ਆਪਣਾ ਮਹਿਕਮਾ ਹੈ। ਜੇ ਨਹੀਂ ਹੈਗਾ ਕਿਸੇ ਦਾ ਮਹਿਕਮਾ ਜੋ ਕਿ ਸਾਰਿਆਂ ਦੇ ਉੱਤੇ ਨਿਗਰਾਨੀ ਰੱਖਣ ਵਾਲੀ ਹੈ, ਉਹ ਹੈ ਮਾਇਆ ਲక్ష్ਮੀ। ਮਾਇਆ ਲక్ష్ਮੀ ਜੋ ਕਿ ਸਾਰਿਆਂ ਦੇ ਉੱਤੇ ਨਿਗਰਾਨੀ ਰੱਖਦੀ ਹੈ, ਛੋਟੇ ਜੀਵ ਤੋਂ ਲੈ ਕੇ ਵੱਡਿਆਂ ਤੱਕ। ਚਾਹੇ ਕੋਈ ਕੈਸਾ ਵੀ ਕਰਮ ਕਰਦਾ ਹੈ, ਉਹਨੂੰ ਉਸ ਕਰਮ ਦਾ ਫਲ ਉਸੇ ਤਰ੍ਹਾਂ ਦਾ ਵਰਦਾਨ ਕਰਦੀ ਹੈ। ਇਸ ਤੋਂ ਉੱਪਰ ਮਾਇਆ ਲక్ష్ਮੀ ਤੋਂ ਉੱਪਰ ਵੀ ਇੱਕ ਸ਼ਕਤੀ ਹੈ, ਜਿਹਨੂੰ ਇਹ ਕਿਹਾ ਜਾਂਦਾ ਹੈ ਮਹਾਕਾਲ, ਅਕਾਲ ਪੁਰਖ ਜਾਂ ਪਰਮਾਤਮਾ। ਉਸ ਸ਼ਕਤੀ ਦੇ ਉੱਪਰ ਵੀ ਹੈ, ਕਿਉਂਕਿ ਮਹਾਮਾਇਆ ਤਾਂ ਕੀ ਹੈ ਛਾਇਆ, ਜਾਂ ਕੇ ਬਲ ਸਭ ਜਗਤ ਉਪਾਇਆ। ਉਹ ਸ਼ਕਤੀ ਵੀ ਹੈ ਜਿਸ ਦੀ ਸ਼ਕਤੀ ਨੂੰ ਧਾਰਨ ਕਰਕੇ ਇਸ ਮਾਇਆ ਨੇ ਸੰਸਾਰ ਨੂੰ ਪੈਦਾ ਕੀਤਾ ਹੈ। ਕੁਦਰਤ ਦਿਸੇ ਕੁਦਰਤ ਸੁਣੀਏ, ਕੁਦਰਤ ਭਉ ਸੁਖਸਾਰ। ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਬ ਆਕਾਰ। ਜਿਸ ਨੇ ਉਸ ਅਕਾਲ ਪੁਰਖ ਤੋਂ ਸ਼ਕਤੀ ਲੈ ਕੇ ਤੇ ਸਾਰੀ ਕੁਦਰਤ ਨੂੰ ਚੇਤਨ ਕਰ ਦਿੱਤਾ ਹੈ। ਉਹਦੀ ਚੇਤਨ ਸੱਤਾ ਨੂੰ ਲੈ ਕੇ ਸਾਰੀ ਪ੍ਰਕਿਰਤੀ ਚੇਤਨ ਹੋਈ ਹੋਈ ਹੈ। ਜਿਸ ਤਰ੍ਹਾਂ ਸਾਰੇ ਗ੍ਰਹਿ, ਸੌਰ ਮੰਡਲ ਸੂਰਜ ਦੀ ਰੌਸ਼ਨੀ ਲੈ ਕੇ ਤੇ ਸਾਰੇ ਹੀ ਚਮਕਦਾਰ ਹੋ ਰਹੇ ਨੇ। ਸੂਰਜ ਸਾਰੇ ਗ੍ਰਹਿਆਂ ਦਾ ਰਾਜਾ ਹੈ। ਸੂਰਜ ਦੇ ਕੋਲੋਂ ਰੋਸ਼ਨੀ ਲੈ ਕੇ, ਪ੍ਰਕਾਸ਼ ਲੈ ਕੇ ਬਾਕੀ ਦੇ ਜਿੰਨੇ ਗ੍ਰਹਿ ਹਨ ਉਹ ਪ੍ਰਕਾਸ਼ਵਾਨ ਹੋ ਰਹੇ ਨੇ।
ਇਸੇ ਤਰ੍ਹਾਂ ਉਸ ਅਕਾਲ ਪੁਰਖ ਦੀ ਸ਼ਕਤੀ ਪ੍ਰਾਪਤ ਕਰਕੇ ਹਰ ਇੱਕ ਚੀਜ਼ ਚੇਤਨ ਹੋ ਰਹੀ ਹੈ। ਉਸ ਅਕਾਲ ਪੁਰਖ ਦਾ, ਪਰਮਾਤਮਾ ਦਾ, ਨਿਰੰਕਾਰ ਦਾ, ਜਿਹਦਾ ਕਿਸੇ ਨੂੰ ਵੀ ਨਹੀਂ ਪਤਾ ਹੈ, ਭਗਤਾਂ ਨੇ ਉਹਦੀ ਖੋਜ ਕਰਕੇ, ਉਹਦੇ ਤੱਕ ਪਹੁੰਚ ਕਰਕੇ ਉਹਦੀ ਗੱਲ ਲੋਕਾਂ ਤੱਕ ਪਹੁੰਚਾਈ ਹੈ ਕਿ ਜਿਸ ਤਰ੍ਹਾਂ ਇੱਕ ਸਾਇੰਸਦਾਨ, ਇੱਕ ਡਾਕਟਰ ਹੀ ਕੇਵਲ ਦੱਸ ਸਕਦਾ ਹੈ ਕਿ ਦਹੀਂ ਦੇ ਵਿੱਚ ਜਰਮ ਹਨ, ਦਹੀਂ ਦੇ ਵਿੱਚ ਬੈਕਟੀਰੀਆ ਹੈ। ਉਹ ਇੱਕ ਸਾਇੰਸਦਾਨ ਦੂਰਬੀਨ ਦੇ ਥਰੂ ਹੀ ਦੱਸ ਸਕਦਾ ਹੈ ਕਿ ਇਹਦੇ ਵਿੱਚ ਬੈਕਟੀਰੀਆ ਹੈ। ਖਾਣ ਵਾਲਿਆਂ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ, ਉਹਨਾਂ ਵਾਸਤੇ ਕੋਈ ਬੈਕਟੀਰੀਆ ਨਹੀਂ ਹੈ, ਕੋਈ ਜੀਵਾਣੂ ਨਹੀਂ ਹੈ, ਉਹਨਾਂ ਦੇ ਵਾਸਤੇ ਦਹੀਂ ਬੜਾ ਸਵਾਦ ਹੈ, ਇੱਕ ਖੁਰਾਕ ਦਾ ਹਿੱਸਾ ਹੈ। ਜਿਸ ਤਰ੍ਹਾਂ ਹਰ ਕੋਈ ਬੰਦਾ ਇਹ ਨਹੀਂ ਦੱਸ ਸਕਦਾ ਵੀ ਦਹੀਂ ਦੇ ਵਿੱਚ ਕੀਟਾਣੂ ਹੈ, ਬੈਕਟੀਰੀਆ ਹੈ, ਜੀਵਾਣੂ ਹੈ, ਇੱਕ ਸਾਇੰਸਦਾਨ ਦੱਸ ਸਕਦਾ ਹੈ। ਇਸੇ ਤਰ੍ਹਾਂ ਇੱਕ ਸੰਤ, ਇੱਕ ਭਗਤ ਹੀ ਦੱਸ ਸਕਦਾ ਹੈ, ਇੱਕ ਸੰਤ ਹੀ ਦੱਸ ਸਕਦਾ ਹੈ ਕਿ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਹਰ ਇੱਕ ਜਰਰੇ ਦੇ ਵਿੱਚ ਉਹ ਵਾਹਿਗੁਰੂ ਪਰਮਾਤਮਾ ਵਸਦਾ ਹੈ। ਇਸ ਗੱਲ ਨੂੰ ਜੇ ਕੋਈ ਜਾਣ ਸਕਦਾ ਹੈ ਤਾਂ ਕੇਵਲ ਇੱਕ ਸੰਤ ਜਾਣ ਸਕਦਾ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਤੇ ਸੰਤਾਂ ਨੇ ਇਹ ਗੱਲ ਦੱਸੀ ਹੈ ਵੀ ਪਰਮਾਤਮਾ ਸਾਰਿਆਂ 'ਚ ਹੈ। ਇਸ ਤੋਂ ਬਿਨਾਂ ਹੋਰ ਕਿਸੇ ਨੂੰ ਕੁਝ ਨਹੀਂ ਪਤਾ ਵੀ ਰੱਬ ਕਿੱਥੇ ਹੈ, ਪਰਮਾਤਮਾ ਕੌਣ ਹੈ, ਪਰਮਾਤਮਾ ਕੀ ਹੈ, ਉਹਦੀ ਹੋਂਦ ਕਿੱਥੇ ਹੈ ਤੇ ਉਹਦੀ ਸਮਾਪਤੀ ਕਿੱਥੇ ਹੈ। ਇਹ ਵੀ ਇੱਕ ਸੰਤ ਹੀ ਦੱਸਦਾ ਹੈ ਕਿ ਪਰਮਾਤਮਾ ਦੀ ਸਮਾਪਤੀ ਕਿੱਥੇ ਹੈ। ਇਸੇ ਤਰ੍ਹਾਂ ਸਾਰੇ ਦੇਵੀ ਦੇਵਤਿਆਂ ਤੋਂ ਉੱਪਰ ਉੱਠ ਕੇ, ਸਾਰੀਆਂ ਸ਼ਕਤੀਆਂ ਤੋਂ ਉੱਪਰ ਉੱਠ ਕੇ ਭਗਤ ਰਵਿਦਾਸ ਜੀ ਆਪਣੇ ਅੰਦਰ ਦੀ ਗੱਲ ਇੱਥੇ ਦੱਸ ਰਹੇ ਨੇ। ਉਸ ਨਿਰੰਕਾਰ ਵਾਹਿਗੁਰੂ ਪਰਮਾਤਮਾ ਦੇ ਨਾਲ ਆਪਣੀ ਗੱਲ ਕਰਦੇ ਨੇ ਤੇ ਉਹ ਗੱਲ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰ ਦਿੱਤੀ ਹੈ ਵੀ ਭਗਤ ਰਵਿਦਾਸ ਦੀ ਪਰਮਾਤਮਾ ਦੇ ਨਾਲ ਇਸ ਤਰ੍ਹਾਂ ਦੀ ਗੱਲਬਾਤ ਹੋਈ ਸੀ। ਧਨਾਸਰੀ ਭਗਤ ਰਵਿਦਾਸ ਜੀ ਕੀ तो भगत जी शब्द उच्चारण करते ने, हम सर दीन दयाल ना तुम सर, कि हे परमात्मा साडे वर्गा कोई गरीब, साडे वर्गा कोई मजलूम नहीं है ते तेरे वर्गा दयालु कोई नहीं है। अब पतियार क्या कीजे। ये सच्चे पातशाह सानू नहीं पता कि साड़ी किवें लाज रह आवेगी। ये भी तेनू ही पता है कि किस गल दे विच साड़ी लाज रह आवेगी। ये भी तू ही जानदा है कि साड़ी जिंदगी का असल सच की है। हम सर दीन, कि परमात्मा साडे वर्गा दीन गरीब नहीं कोई, दयाल ना तुम सर, तेरे वर्गा दयालु कोई नहीं। अब पतियार क्या कीजे। हुण मैं की पतिया के देखा, की पतिया के देखा, तेनू तेरी सारी गल का पता तो लग गया है।
फिर बचनी तोर मोर मन मानै, तेरे बचना ते मैनू पूर्ण भरोसा हो गया है, तेरे बचना ते मैनू सच आ गया है। बचनी तोर तेरे बचना ते, मोर मन माने, मेरा मन मन गया कि जो तू चमत्कार मैनू दिखाए ने, मेरा मन मन गया भी हाँ वाकया ही रब भी कुछ है। जन को पूर्ण दीजै, पूर्ण का अर्थ है इत्थे अमीर, अमीर बन जाना, पूर्ण हो जाना। मैं जो चाहता सी ओहो जिहा बन गया, जो रब ने चाहया मैनू हो गया, वो है पूर्ण। परमात्मा तेरे नाल लग के मैं पूर्ण बन गया हाँ। तू पूर्ण सी, मैं भी पूर्ण बन गया हाँ। हाँ बल बल जाऊं रमैया कारने, हे परमात्मा मैं तेरे तो बलिहार जाता हाँ। रमैया कारने, बस तेरी आही शक्ति एक देख के मेरा मन पतीज गया है। हुण मेरे विच ऐसी कोई गल नहीं रही जो कि बोल के दसां। तो कहते कारण कवन अबोल, अबोल ना बोलना। कथनी बदनी कैन कहावन, समझ परी तो बिसरियो गावन। ये कथा कहानियां ते गाउणा वजाउणा उन्नी देर तक है जिन्नी देर तक रब की समझ नहीं आउंदी। जिस दिन रब की समझ आ गई उस दिन फिर चुप हो जाता है, कुछ नहीं बोलता। फिर अगे भगत जी कहते बहुत जन्म बिछरे थे माधो, इहो जन्म तुम्हारे लिखे। बड़े जन्मां जन्मां दे विछोड़े सी, पता नहीं कैसे कैसे जन्म, कई जन्म भय कीट पतंगा, कई जन्म भटकी मीन कुरंगा। ऐसिया ऐसिया जूनियां जिन्हां दा पता ही नहीं है की खाण नूं मिलना कि नहीं मिलना, किन्ने किन्ने दिन भुखे ही तुरे फिरदे सी। ऐसिया भी जूनां ने जिन्हां दा अन्न दाना भुख प्यास मिटाउणी बड़ी मुश्किल हुंदी है। पर हुण हे वाहिगुरू मैनूं सोझी हो गई है कि यह जन्म तुम्हारे लेखे, मैं अपना जन्म ही तेरे लेखे ला दिता है। मैं होर कुछ भी नहीं करना, तेरी भगती करूँगा। जो तू कहेगा मैं वो ही करूँगा। कह रविदास आस लग जीवो, चिर भयो दर्शन देखे। कि वाहिगुरू मेरे मन विच तां ना एक प्यास लगी रहिंदी है, मैनूं तां इउं लगदा भी तेरे दर्शन कीतिआं नूं बहुत ही देर हो गई है। युगां दे युग बीत गए ने तेरे दर्शन कीतिआं नूं, इन्नी भुख इन्नी प्यास लग गई है। इस करके कृपा करो अपने दर्शनां दी प्यास मिटाओ। आओ सामने अपने साक्षात साख्याकार रूप दर्शन दिओ। साख्याकार दे विच ही मैनूं शांति मिलती है। तो ये भगत रविदास जी का बड़ा प्यारा शब्द है जिहदे शॉर्टकट अर्थ कीते ने। समय नूं विचारदिआं मैं इस शब्द के अर्थां नूं अभिराम दिंदा हाँ। इस शब्द तां इहदे बहुत अर्थ बड़े ने ते बड़े विस्तार दे नाल इहदे अर्थ प्रगट हो सकते ने। अज दी विचार इत्थे समाप्त है। होइयां भुल्लां चुक्कां दी खिमा करनी। सारे जने गज के फतेह बुलाओ। वाहिगुरू जी का खालसा, वाहिगुरू जी की फतेह।